मैं 1 ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ ਸੀ ਤੇ ਇੰਡੀਆ ਆਉਂਦੇ ਹੀ ਆਪਣੇ ਕਾਰੋਬਾਰ ਨੂੰ ਸੈੱਟ ਕਰਨ ਦੀ ਚਿੰਤਾ ਲੱਗੀ ਹੋਈ ਸੀ। ਪਰ ਘਰ ਵਿੱਚ ਇੱਕ ਨਵਾਂ ਹੀ ਤਮਾਸ਼ਾ ਚੱਲ ਰਿਹਾ ਹੁੰਦਾ। ਜਦੋਂ ਵੀ ਬਾਹਰ ਤੋਂ ਥੱਕਿਆ ਹਾਰਿਆ ਆਉਂਦਾ ਤਾਂ ਮੇਰੀ ਮਾਂ ਮੇਰੇ ਸਾਹਮਣੇ ਇੱਕ ਦੁੱਖੜਾ ਲੈ ਕੇ ਬੈਠ ਜਾਂਦੀ ਕਿ ਤੇਰੀ ਪਤਨੀ ਘਰੇ ਨਹੀਂ ਬੈਠਦੀ, ਹਮੇਸ਼ਾ ਗੁਆਂਢੀਆਂ ਦੇ ਘਰ ਬੈਠੀ ਰਹਿੰਦੀ ਹੈ। ਇਹ ਗੱਲ ਤਾਂ ਬਿਲਕੁਲ ਸੱਚ ਸੀ। ਮੈਂ ਜਦੋਂ ਵੀ ਘਰ ਆਉਂਦਾ ਮੇਰੀ ਪਤਨੀ ਮਨਦੀਪ ਜ਼ਿਆਦਾਤਰ ਗੁਆਂਢੀਆਂ ਦੇ ਘਰ ਹੀ ਮਿਲਦੀ। ਮੈਂ ਆਪਣੇ ਬੇਟੇ ਤੋਂ ਪਾਣੀ ਦਾ ਗਲਾਸ ਮੰਗਿਆ, ਦੇਖਿਆ ਕਿ ਪੂਰਾ ਘਰ ਬਿਖਰਿਆ ਪਿਆ ਸੀ। ਮੇਰੀ ਮਾਂ ਕਹਿਣ ਲੱਗੀ ਕਿ ਆਪਣੀ ਪਤਨੀ ਨੂੰ ਕਹਿ ਕਿ ਥੋੜ੍ਹਾ ਘਰ ਦਾ ਵੀ ਧਿਆਨ ਰੱਖੇ, ਸਿਰ 'ਤੇ ਚੜ੍ਹਾ ਰੱਖਿਆ ਹੈ ਤੂੰ ਉਸਨੂੰ। ਮਾਂ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ, ਮੰਮੀ ਤੁਸੀਂ ਇਹ ਗੱਲ ਮਨਦੀਪ ਨੂੰ ਵੀ ਕਹਿ ਸਕਦੇ ਹੋ। ਮੈਂ ਥੱਕਿਆ ਹਾਰਿਆ ਘਰ ਆਉਂਦਾ ਹਾਂ, ਮੈਨੂੰ ਵੀ ਸਕੂਨ ਚਾਹੀਦਾ ਹੈ। ਤੇਰੀ ਪਤਨੀ ਮੈਨੂੰ ਕੁਝ ਸਮਝਦੀ ਹੀ ਕਿੱਥੇ ਹੈ। ਹਜੇ ਤੱਕ ਖਾਣਾ ਨਹੀਂ ਬਣਾਇਆ। ਉਹ ਹੈ ਕਿ ਸੁਰਖੀ ਪਾਊਡਰ ਲਾ ਕੇ ਗੁਆਂਢੀਆਂ ਦੇ ਘਰ ਬੈਠੀ ਰਹਿੰਦੀ ਹੈ। ਉਸਨੂੰ ਕੁਝ ਸਮਝਾ। ਮੰਮੀ ਗੁੱਸੇ ਨਾਲ ਤਪੀ ਬੈਠੀ ਸੀ। ਮੈਂ ਵੀ ਰੋਜ਼-ਰੋਜ਼ ਦੀ ਚਿਕ-ਚਿਕ ਤੋਂ ਪਰੇਸ਼ਾਨ ਹੋ ਗਿਆ ਸੀ। ਫਿਰ ਮਨਦੀਪ ਘਰ ਆਉਂਦੀ ਹੈ ਮੁਸਕਰਾਉਂਦੀ ਹੋਈ। ਉਸਨੂੰ ਦੇਖ ਕੇ ਮੰਮੀ ਫਿਰ ਸ਼ੁਰੂ ਹੋ ਗਈ। ਘਰ ਦਾ ਕੰਮ ਪੂਰਾ ਨਹੀਂ ਹੁੰਦਾ, ਸੱਜ-ਧੱਜ ਕੇ ਗੁਆਂਢੀਆਂ ਦੇ ਬੈਠ ਜਾਂਦੀ ਹੈ, ਜਿਵੇਂ ਕਿ ਪਤਾ ਹੀ ਨਹੀਂ ਕਿ ਕੀ ਗੁਲ ਖਿਲਾਉਂਦੀ ਫਿਰਦੀ ਹੈ। ਮਨਦੀਪ ਦੇ ਹੱਥ ਵਿੱਚ ਇੱਕ ਵੱਡਾ ਕਟੋਰਾ ਸੀ ਜੋ ਉਸਨੇ ਖਾਣੇ ਦੀ ਮੇਜ਼ 'ਤੇ ਰੱਖਿਆ। ਮੈਂ ਇੰਨੀ ਦੇਰ ਤੋਂ ਮੰਮੀ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਗਿਆ ਸੀ, ਇਸ ਲਈ ਮੈਂ ਮਨਦੀਪ ਨੂੰ ਉੱਚੀ ਆਵਾਜ਼ ਵਿੱਚ ਕਿਹਾ, ਕਿੱਥੋਂ ਆ ਰਹੀ ਹੈ? ਮਨਦੀਪ ਕਹਿਣ ਲੱਗੀ ਕਿ ਥੋੜ੍ਹਾ ਹੌਲੀ ਵੀ ਪੁੱਛ ਸਕਦੇ ਸੀ। ਬੋਲੀ ਨਹੀਂ ਹਾਂ ਮੈਂ। ਮੇਰੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਉਹ ਰਸੋਈ ਵਿੱਚ ਜਾ ਕੇ ਰੋਟੀ ਬਣਾਉਣ ਲੱਗੀ। ਮੇਰੀ ਮੰਮੀ ਨੂੰ ਇੱਕ ਹੋਰ ਮੌਕਾ ਮਿਲ ਗਿਆ ਬੋਲਣ ਦਾ। ਕਹਿਣ ਲੱਗੀ, ਦੇਖੇ ਇਸ ਦੇ ਤੇਵਰ, ਇੱਕ ਦਿਨ ਤੇਰਾ ਨੱਕ ਕਟਵਾਏਗੀ, ਬਦਨਾਮ ਕਰੇਗੀ ਤੈਨੂੰ, ਉਦੋਂ ਤੈਨੂੰ ਸਮਝ ਆਵੇਗਾ। ਮੈਂ ਮੰਮੀ ਨੂੰ ਗੁੱਸੇ ਵਿੱਚ ਕਿਹਾ ਕਿ ਬਸ ਕਰ ਮਾਂ, ਮੈਂ ਰੋਜ਼-ਰੋਜ਼ ਦੀ ਇਸ ਕਹਾਣੀ ਤੋਂ ਤੰਗ ਆ ਗਿਆ ਹਾਂ। ਮੇਰੀ ਮੰਮੀ ਕਹਿਣ ਲੱਗੀ ਕਿ ਬਣਿਆ ਰਹਿ ਜ਼ੋਰੂ ਦਾ ਗੁਲਾਮ। ਫਿਰ ਮਨਦੀਪ ਰੋਟੀ ਲੈ ਕੇ ਆ ਗਈ। ਸ਼ਾਇਦ ਉਹ ਖਾਣਾ ਬਣਾ ਕੇ ਗਈ ਸੀ, ਕਿਉਂਕਿ ਹੁਣ ਤਾਂ ਉਸਨੇ ਰੋਟੀਆਂ ਹੀ ਬਣਾਈਆਂ ਸਨ। ਚਟਨੀ, ਸਬਜ਼ੀ, ਰਾਇਤਾ ਸਭ ਬਣਿਆ ਹੋਇਆ ਸੀ। ਫਿਰ ਮੇਰੀ ਨਜ਼ਰ ਉਸ ਕਟੋਰੇ 'ਤੇ ਪਈ ਜੋ ਮਨਦੀਪ ਲੈ ਕੇ ਆਈ ਸੀ। ਮੈਂ ਉਸਨੂੰ ਪੁੱਛਿਆ ਕਿ ਇਹ ਸਬਜ਼ੀ ਗੁਆਂਢੀਆਂ ਦੇ ਘਰੋਂ ਲੈ ਕੇ ਆਈ ਹੈ ਤਾਂ ਉਹ ਥੋੜ੍ਹਾ ਘਬਰਾ ਗਈ ਅਤੇ ਕਹਿਣ ਲੱਗੀ ਕਿ ਸਾਡੀ ਗੁਆਂਢਣ ਸੁਖਪਾਲ ਬਹੁਤ ਚੰਗੀ ਹੈ। ਮੈਂ ਤਾਂ ਹਾਲ ਚਾਲ ਪੁੱਛਣ ਉਹਨਾਂ ਦੇ ਘਰ ਗਈ ਸੀ। ਉਸ ਨਾਲ ਗੱਲਾਂ ਕਰਦੇ ਮੈਨੂੰ ਜ਼ਿਆਦਾ ਸਮਾਂ ਲੱਗ ਗਿਆ। ਮੈਂ ਹਜੇ ਸਬਜ਼ੀ ਬਣਾਉਣੀ ਸੀ ਤਾਂ ਉਸਨੇ ਅੱਧੀ ਸਬਜ਼ੀ ਮੈਨੂੰ ਦੇ ਦਿੱਤੀ। ਇਸ ਤੋਂ ਪਹਿਲਾਂ ਮੈਂ ਉਸਨੂੰ ਕੋਈ ਹੋਰ ਸਵਾਲ ਕਰਦਾ, ਉਹ ਪਾਣੀ ਦੇ ਬਹਾਨੇ ਰਸੋਈ ਵਿੱਚ ਚਲੀ ਗਈ। ਮੈਂ ਉਹਨਾਂ ਮਰਦਾਂ ਵਿੱਚੋਂ ਨਹੀਂ ਸੀ ਜੋ ਆਪਣੀ ਪਤਨੀ 'ਤੇ ਸ਼ੱਕ ਕਰੇ, ਪਰ ਮਨਦੀਪ ਦੀਆਂ ਹਰਕਤਾਂ ਮੈਨੂੰ ਸੋਚਣ 'ਤੇ ਮਜਬੂਰ ਕਰ ਰਹੀਆਂ ਸਨ। ਮੈਂ ਰਾਤ ਨੂੰ ਉਸਨੂੰ ਕਿਹਾ ਕਿ ਗੁਆਂਢੀਆਂ ਦੇ ਘਰ ਨਾ ਜਾਇਆ ਕਰ, ਤਾਂ ਉਹ ਕਹਿਣ ਲੱਗੀ ਕਿ ਆਪ ਤਾਂ 5 ਸਾਲ ਵਿਦੇਸ਼ ਵਿੱਚ ਲਾ ਆਏ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਮੈਨੂੰ ਇਕੱਲਾ ਛੱਡ ਕੇ ਚਲੇ ਗਏ। ਮੇਰਾ ਜ਼ਰਾ ਵੀ ਖਿਆਲ ਨਹੀਂ ਆਇਆ। ਉਹ ਸੱਚ ਹੀ ਕਹਿ ਰਹੀ ਸੀ। ਮੇਰੀ ਮਾਂ ਦਾ ਸੁਭਾਅ ਥੋੜ੍ਹਾ ਗਰਮ ਹੈ ਅਤੇ ਮੈਂ ਕੁਝ ਮਹੀਨਿਆਂ ਬਾਅਦ ਹੀ ਪੈਸੇ ਕਮਾਉਣ ਦੇ ਚੱਕਰ ਵਿੱਚ ਅਮਰੀਕਾ ਚਲਿਆ ਗਿਆ ਸੀ। ਮੈਂ ਮਨਦੀਪ ਨੂੰ ਪਿਆਰ ਨਾਲ ਚੁੱਪ ਕਰਾਇਆ ਅਤੇ ਉਹ ਛੇਤੀ ਮੰਨ ਵੀ ਗਈ। ਅਗਲੇ ਦਿਨ ਛੁੱਟੀ ਸੀ। ਮੈਂ ਸਵੇਰੇ ਉੱਠ ਕੇ ਕਮਰੇ ਵਿੱਚੋਂ ਬਾਹਰ ਆਇਆ ਅਤੇ ਮਨਦੀਪ ਨੂੰ ਆਵਾਜ਼ ਦਿੱਤੀ ਤਾਂ ਸਾਹਮਣੇ ਸੋਫੇ 'ਤੇ ਬੈਠੀ ਮਾਂ ਬੋਲੀ, ਕੀ ਮਨਦੀਪ ਕਰ ਰਿਹਾ ਹੈ? ਉਹ ਘਰੇ ਹੋਵੇਗੀ ਤਾਂ ਆਵਾਜ਼ ਦੇਵੇਗੀ। ਸਵੇਰੇ ਸਵੇਰੇ ਸੈਰ ਸਪਾਟੇ ਲਈ ਨਿਕਲ ਗਈ ਹੈ। ਉਸਨੂੰ ਨਾ ਘਰ ਦਾ ਖਿਆਲ ਹੈ ਨਾ ਪਰਿਵਾਰ ਦਾ। ਮੈਨੂੰ ਵੀ ਮਾਂ ਦੀਆਂ ਗੱਲਾਂ ਸੁਣ ਕੇ ਮਨਦੀਪ 'ਤੇ ਗੁੱਸਾ ਆਉਣ ਲੱਗਿਆ। ਮੈਂ ਮੰਮੀ ਨੂੰ ਪੁੱਛਿਆ ਕਿ ਉਹ ਕਿੱਥੇ ਹੈ ਤਾਂ ਮੰਮੀ ਕਹਿਣ ਲੱਗੀ ਕਿ ਮਹਾਰਾਣੀ ਛੱਤ 'ਤੇ ਹੋਵੇਗੀ। ਜਦੋਂ ਦੇਖੋ ਜਾਂ ਤਾਂ ਗੁਆਂਢੀਆਂ ਦੇ ਘਰ ਜਾਂਦੀ ਹੈ ਜਾਂ ਫਿਰ ਛੱਤ 'ਤੇ ਲਟਕ ਕੇ ਉਹਨਾਂ ਨਾਲ ਗੱਲਾਂ ਕਰਦੀ ਰਹਿੰਦੀ ਹੈ। ਉਸਨੂੰ ਤਾਂ ਆਪਣੇ ਬੇਟੇ ਦਾ ਵੀ ਖਿਆਲ ਨਹੀਂ ਹੈ। ਇਹ ਕਹਿ ਕੇ ਮੰਮੀ ਰੋਣ ਲੱਗੀ। ਕਿੰਨੇ ਅਰਮਾਨ ਸੀ ਜਦੋਂ ਉਸਨੂੰ ਨੂੰਹ ਬਣਾ ਕੇ ਲਿਆਈ ਸੀ। ਸੋਚਿਆ ਸੀ ਨੂੰਹ ਦੇ ਆਉਣ ਨਾਲ ਮੈਨੂੰ ਵੀ ਥੋੜ੍ਹਾ ਆਰਾਮ ਮਿਲੇਗਾ, ਪਰ ਉਸਨੇ ਤਾਂ ਮੇਰਾ ਜਿਉਣਾ ਹਰਾਮ ਕਰ ਦਿੱਤਾ। ਕੀ ਦੱਸਾਂ ਪੁੱਤ ਤੈਨੂੰ, ਜਦੋਂ ਤੂੰ ਅਮਰੀਕਾ ਚਲਿਆ ਗਿਆ ਸੀ ਤਾਂ ਮੈਂ ਰੋ ਰੋ ਕੇ ਦਿਨ ਕੱਢੇ ਹਨ। ਪਹਿਲਾਂ ਤਾਂ ਮੈਂ ਮੰਮੀ ਦੀਆਂ ਗੱਲਾਂ 'ਤੇ ਧਿਆਨ ਨਹੀਂ ਦਿੰਦਾ ਸੀ, ਪਰ ਹੁਣ ਮੰਮੀ ਦੀਆਂ ਗੱਲਾਂ ਸੁਣ ਕੇ ਮੈਨੂੰ ਵੀ ਗੁੱਸਾ ਆਉਣ ਲੱਗਿਆ ਸੀ। ਮੰਮੀ ਦੀਆਂ ਗੱਲਾਂ ਨੇ ਮੇਰੇ ਦਿਮਾਗ ਵਿੱਚ ਸ਼ੱਕ ਦਾ ਬੀਜ ਦਿੱਤਾ ਸੀ। ਫਿਰ ਮਨਦੀਪ ਪੌੜੀਆਂ ਤੋਂ ਉਤਰ ਰਹੀ ਸੀ। ਉਸਦੇ ਹੱਥ ਵਿੱਚ ਅੱਜ ਵੀ ਇੱਕ ਕਟੋਰਾ ਸੀ। ਉਹ ਜਲਦੀ ਨਾਲ ਰਸੋਈ ਵਿੱਚ ਗਈ ਤਾਂ ਮੈਂ ਥੋੜ੍ਹੇ ਗੁੱਸੇ ਨਾਲ ਪੁੱਛਿਆ ਕਿ ਇਸ ਵਿੱਚ ਕੀ ਲੈ ਕੇ ਆਈ ਹੈ ਤਾਂ ਉਹ ਥੋੜ੍ਹਾ ਘਬਰਾ ਗਈ ਅਤੇ ਕਹਿਣ ਲੱਗੀ, ਇਸ ਵਿੱਚ ਖੰਡ ਹੈ। ਤੁਸੀਂ ਸੌਂ ਰਹੇ ਸੀ, ਘਰ ਵਿੱਚ ਖੰਡ ਖਤਮ ਸੀ ਤਾਂ ਸੋਚਿਆ ਗੁਆਂਢੀਆਂ ਤੋਂ ਲੈ ਲੈਂਦੀ ਹਾਂ। ਮੰਮੀ ਕਹਿਣ ਲੱਗੀ ਕਿ 1 ਘੰਟੇ ਤੋਂ ਖੰਡ ਹੀ ਮੰਗ ਰਹੀ ਸੀ। ਉਹ ਆਪਣੇ ਆਪ ਨੂੰ ਬਚਾਉਂਦੀ ਹੋਈ ਬੋਲੀ, ਥੋੜ੍ਹਾ ਸਮਾਂ ਲੱਗ ਗਿਆ ਤਾਂ ਕੀ ਹੋ ਗਿਆ ਮੰਮੀ, ਤੁਹਾਡੇ ਲਈ ਹੀ ਚਾਹ ਬਣਾਉਣੀ ਸੀ, ਤੁਸੀਂ ਤਾਂ ਐਵੇਂ ਹੀ ਗੱਲ ਦਾ ਪਹਾੜ ਬਣਾ ਦਿੱਤਾ। ਮੰਮੀ ਫਿਰ ਸ਼ੁਰੂ ਹੋ ਗਈ ਕਿ ਮੇਰੀ ਤਾਂ ਕੋਈ ਇੱਜ਼ਤ ਹੀ ਨਹੀਂ ਹੈ, ਪਰ ਮਨਦੀਪ ਦਾ ਮੈਥੋਂ ਇਸ ਤਰ੍ਹਾਂ ਨਜ਼ਰਾਂ ਚੁਰਾਉਣਾ ਮੇਰੇ ਦਿਲ ਵਿੱਚ ਸ਼ੱਕ ਪੈਦਾ ਕਰ ਗਿਆ। ਫਿਰ ਅਸੀਂ ਰੋਟੀ ਖਾਣ ਲੱਗੇ। ਮਨਦੀਪ ਨੇ ਕੁਝ ਪਰੌਂਠੇ, ਦਹੀਂ, ਚਟਨੀ ਪਲੇਟ ਵਿੱਚ ਪਾ ਕੇ ਮੇਰੇ ਬੇਟੇ ਨੂੰ ਕਿਹਾ ਕਿ ਜੇ
ਆਂਟੀ ਨੂੰ ਦੇ ਆ। ਤਾਂ ਅਚਾਨਕ ਮੰਮੀ ਬੋਲ ਪਈ ਕਿ ਇੰਨਾ ਸਭ ਦੇਣ ਦੀ ਕੀ ਜ਼ਰੂਰਤ ਹੈ। ਤਾਂ ਮਨਦੀਪ ਨੇ ਕਿਹਾ ਕਿ ਸੁਖਪਾਲ ਭੈਣ ਨੂੰ ਮੇਰੇ ਹੱਥ ਦੇ ਪਰੌਂਠੇ ਬਹੁਤ ਪਸੰਦ ਹਨ। ਮੈਂ ਵੀ ਨਾਸ਼ਤਾ ਕਰਕੇ ਸੋਫੇ 'ਤੇ ਬੈਠ ਗਿਆ। ਮਨਦੀਪ ਰਸੋਈ ਵਿੱਚ ਚਲੀ ਗਈ। ਮੇਰਾ ਬੇਟਾ ਆਇਆ ਤਾਂ ਮੰਮੀ ਉਸਨੂੰ ਪੁੱਛਣ ਲੱਗੀ ਕਿ ਬੇਟਾ ਦੇ ਆਇਆ ਆਪਣੀ ਮਾਂ ਦੀ ਸਹੇਲੀ ਨੂੰ ਪਰੌਂਠੇ। ਤਾਂ ਮੇਰਾ ਬੇਟਾ ਕਹਿਣ ਲੱਗਿਆ ਕਿ ਆਂਟੀ ਤਾਂ ਘਰੇ ਹੈ ਨਹੀਂ ਸੀ, ਅੰਕਲ ਹੀ ਸਨ, ਉਹਨਾਂ ਨੇ ਪਰੌਂਠੇ ਲੈ ਲਏ। ਉਹ ਕਹਿੰਦੇ ਸੀ ਕਿ ਤੇਰੀ ਮੰਮੀ ਬਹੁਤ ਸਵਾਦ ਪਰੌਂਠੇ ਬਣਾਉਂਦੀ ਹੈ। ਮੈਂ ਵੀ ਆਪਣੇ ਬੇਟੇ ਦੀ ਇਹ ਗੱਲ ਸੁਣ ਕੇ ਹੈਰਾਨ ਜਿਹਾ ਹੋ ਗਿਆ। ਮੇਰੇ ਦਿਮਾਗ ਵਿੱਚ ਕਈ ਸਵਾਲ ਆਉਣ ਲੱਗੇ, ਮਨ ਵਿੱਚ ਉਲਝਣ ਵੱਧ ਗਈ ਸੀ। ਮਨਦੀਪ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਸੁਖਪਾਲ ਭੈਣ ਘਰ ਵਿੱਚ ਨਹੀਂ ਹੈ, ਕਿਉਂਕਿ ਥੋੜ੍ਹੀ ਦੇਰ ਪਹਿਲਾਂ ਤਾਂ ਉਹ ਖੰਡ ਲੈ ਕੇ ਆਈ ਹੈ। ਫਿਰ ਉਸਨੇ ਸੁਖਪਾਲ ਦਾ ਨਾਮ ਲੈ ਕੇ ਪਰੌਂਠੇ ਕਿਉਂ ਭੇਜੇ? ਮੈਂ ਆਪਣੀ ਪਤਨੀ 'ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ, ਪਰ ਰਾਤ ਨੂੰ ਖਾਣਾ ਖਾ ਕੇ ਮੈਂ ਜਲਦੀ ਸੌਂ ਗਿਆ। ਮੈਂ ਰਾਤ ਨੂੰ ਪਾਣੀ ਪੀਣ ਲਈ ਉੱਠਿਆ ਤਾਂ ਮਨਦੀਪ ਕਮਰੇ ਵਿੱਚ ਨਹੀਂ ਸੀ। ਫਿਰ ਮੈਂ ਬਾਹਰ ਆ ਕੇ ਦੇਖਿਆ ਤਾਂ ਮੈਨੂੰ ਲੱਗਿਆ ਕਿ ਉਹ ਛੱਤ ਉੱਪਰ ਹੈ, ਜਿਵੇਂ ਕਿਸੇ ਨਾਲ ਗੱਲਾਂ ਕਰ ਰਹੀ ਹੋਵੇ। ਮੇਰੀ ਆਹਟ ਸੁਣ ਕੇ ਉਹ ਸੰਭਲ ਗਈ। ਮੈਨੂੰ ਲੱਗਿਆ ਜਿਵੇਂ ਕੋਈ ਭੱਜ ਕੇ ਬਰਾਬਰ ਵਾਲੀ ਛੱਤ 'ਤੇ ਉਤਰਿਆ ਹੋਵੇ। ਮੈਂ ਜਾ ਕੇ ਦੇਖਿਆ ਵੀ, ਪਰ ਉੱਥੇ ਕੋਈ ਨਹੀਂ ਸੀ। ਮਨਦੀਪ ਕਹਿਣ ਲੱਗੀ ਕਿ ਉੱਧਰ ਕੀ ਦੇਖ ਰਹੇ ਹੋ? ਮੈਨੂੰ ਕਮਰੇ ਵਿੱਚ ਥੋੜ੍ਹੀ ਘਬਰਾਹਟ ਹੋ ਰਹੀ ਸੀ, ਇਸ ਲਈ ਖੁੱਲ੍ਹੀ ਹਵਾ ਵਿੱਚ ਆ ਗਈ, ਪਰ ਉਹ ਮੈਥੋਂ ਨਜ਼ਰਾਂ ਚੁਰਾ ਰਹੀ ਸੀ। ਮਨਦੀਪ ਤਾਂ ਆ ਕੇ ਸੌਂ ਗਈ, ਪਰ ਮੇਰੀਆਂ ਅੱਖਾਂ ਵਿੱਚੋਂ ਨੀਂਦ ਉੱਡ ਚੁੱਕੀ ਸੀ। ਇੱਕ ਦਿਨ ਮੈਂ ਕੰਮ ਤੋਂ ਵਾਪਸ ਆਇਆ ਤਾਂ ਸੁਖਪਾਲ ਦਾ ਪਤੀ ਸਾਡੇ ਦਰਵਾਜ਼ੇ 'ਤੇ ਖੜ੍ਹਾ ਸੀ। ਇਸ ਤੋਂ ਪਹਿਲਾਂ ਕਿ ਮੈਂ ਉਸਨੂੰ ਕੁਝ ਪੁੱਛਦਾ, ਮੇਰੇ ਬੇਟੇ ਨੇ ਲਿਆ ਕੇ ਉਸਨੂੰ ਇੱਕ ਪਲੇਟ ਫੜਾ ਦਿੱਤੀ ਜਿਸ ਵਿੱਚ ਬਿਰਿਆਨੀ ਸੀ। ਸੁਖਪਾਲ ਦਾ ਪਤੀ ਮੈਨੂੰ ਕਹਿਣ ਲੱਗਿਆ ਕਿ ਤੁਹਾਡੀ ਪਤਨੀ ਬਹੁਤ ਸਵਾਦ ਖਾਣਾ ਬਣਾਉਂਦੀ ਹੈ, ਖਾ ਕੇ ਦਿਲ ਖੁਸ਼ ਹੋ ਜਾਂਦਾ ਹੈ। ਇੰਨਾ ਕਹਿ ਕੇ ਉਹ ਆਪਣੇ ਘਰ ਚਲਿਆ ਗਿਆ। ਹੁਣ ਮੇਰੇ ਸਬਰ ਦਾ ਬੰਨ੍ਹ ਟੁੱਟ ਚੁੱਕਿਆ ਸੀ। ਮੈਂ ਸੋਚ ਲਿਆ ਸੀ ਕਿ ਇਹ ਸਭ ਕਲੀਅਰ ਕਰਕੇ ਰਹਾਂਗਾ। ਘਰ 'ਚ ਕੁਝ ਮਹਿਮਾਨ ਆਏ ਸਨ, ਇਸ ਲਈ ਮੈਂ ਸ਼ਾਂਤ ਹੋ ਗਿਆ। ਰਾਤ ਨੂੰ ਜਦੋਂ ਮੈਂ ਮਨਦੀਪ ਨੂੰ ਖਰਚ ਲਈ ਪੈਸੇ ਦਿੱਤੇ ਤਾਂ ਉਹ ਕਹਿਣ ਲੱਗੀ ਕਿ ਇਸ ਵਾਰ ਥੋੜ੍ਹੇ ਜ਼ਿਆਦਾ ਪੈਸੇ ਚਾਹੀਦੇ ਹਨ। ਗੁੱਸੇ ਵਿੱਚ ਤਾਂ ਮੈਂ ਪਹਿਲਾਂ ਹੀ ਸੀ, ਮੈਂ ਤਾਂ ਹਰ ਵਾਰ ਉਸਨੂੰ ਜ਼ਿਆਦਾ ਹੀ ਪੈਸੇ ਦਿੰਦਾ ਹਾਂ, ਫਿਰ ਉਸਨੂੰ ਘੱਟ ਕਿਉਂ ਲੱਗ ਰਹੇ ਹਨ? ਮੈਂ ਕਿਹਾ ਧਿਆਨ ਨਾਲ ਦੇਖ, ਪਿਛਲੀ ਵਾਰ ਨਾਲੋਂ ਜ਼ਿਆਦਾ ਹੀ ਹਨ। ਤਾਂ ਉਹ ਕਹਿਣ ਲੱਗੀ ਖਰਚੇ ਜ਼ਿਆਦਾ ਹਨ, ਇਸ ਲਈ ਮੰਗ ਰਹੀ ਹਾਂ। ਤਾਂ ਮੈਂ ਉਸਨੂੰ ਹੋਰ ਪੈਸੇ ਦੇ ਦਿੱਤੇ। ਅਗਲੇ ਦਿਨ ਜਦੋਂ ਮੈਂ ਕੰਮ 'ਤੇ ਆਇਆ ਤਾਂ ਮੰਮੀ ਕਹਿਣ ਲੱਗੀ ਕਿ ਤੂੰ ਮਨਦੀਪ ਨੂੰ ਪੈਸੇ ਦਿੱਤੇ ਸੀ। ਮੈਂ ਕਿਹਾ ਹਾਂ, ਘਰ ਖਰਚ ਲਈ। ਤਾਂ ਮੰਮੀ ਕਹਿਣ ਲੱਗੀ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਤੇਰੀ ਪਤਨੀ ਸੁਖਪਾਲ ਨੂੰ ਪੈਸੇ ਦੇ ਰਹੀ ਸੀ, ਉਹ ਤੇਰੀ ਕਮਾਈ ਇਸ ਤਰ੍ਹਾਂ ਬਰਬਾਦ ਕਰ ਰਹੀ ਹੈ। ਸ਼ੱਕ ਤਾਂ ਮੈਨੂੰ ਪਹਿਲਾਂ ਹੀ ਸੀ। ਮੈਂ ਤੁਰੰਤ ਜਾ ਕੇ ਮਨਦੀਪ ਦਾ ਪਰਸ ਦੇਖਿਆ ਜਿਸ ਵਿੱਚ 5000 ਘੱਟ ਸਨ। ਮੈਂ ਉਸ ਕੋਲ ਰਸੋਈ ਵਿੱਚ ਜਾ ਪਹੁੰਚਿਆ ਅਤੇ ਗੁੱਸੇ ਵਿੱਚ ਪੁੱਛਿਆ ਕਿ ਪੈਸੇ ਕਿੱਥੇ ਗਏ? ਤਾਂ ਉਹ ਬਹੁਤ ਜ਼ਿਆਦਾ ਡਰ ਗਈ ਅਤੇ ਰੋਣ ਲੱਗੀ। ਮੈਂ ਕਿਹਾ ਤੂੰ ਮੈਨੂੰ ਧੋਖਾ ਕਿਉਂ ਦੇ ਰਹੀ ਹੈ? ਇੰਨੀ ਜਲਦੀ ਪੈਸੇ ਕਿੱਥੇ ਖਰਚ ਹੋ ਗਏ? ਅੱਜ ਕੱਲ੍ਹ ਹਰ ਗੱਲ 'ਚ ਝੂਠ ਬੋਲ ਰਹੀ ਹੈ। ਮੇਰੇ ਗੁੱਸੇ ਦੀ ਕੋਈ ਸੀਮਾ ਨਹੀਂ ਸੀ। ਉਹ ਆਪਣੇ ਆਪ ਨੂੰ ਸੰਭਾਲਦੀ ਹੋਈ ਬੋਲੀ, ਜੇ ਸੱਚ ਜਾਣਨਾ ਚਾਹੁੰਦੇ ਹੋ ਤਾਂ ਚਲੋ ਮੇਰੇ ਨਾਲ। ਉਸਨੇ ਮੇਰੇ ਹੱਥ ਵਿੱਚ ਇੱਕ ਬਰਤਨ ਫੜਾ ਦਿੱਤਾ ਅਤੇ ਮੈਨੂੰ ਸੁਖਪਾਲ ਦੇ ਘਰ ਲੈ ਗਈ। ਅਸੀਂ ਅੰਦਰ ਗਏ ਤਾਂ ਘਰ ਦੀ ਹਾਲਤ ਬਹੁਤ ਖਰਾਬ ਹੋਈ ਪਈ ਸੀ। ਵਿਹੜੇ 'ਚ 2 ਬੱਚੇ ਖੇਡ ਰਹੇ ਸਨ। ਉਹਨਾਂ ਨੇ ਜੋ ਕੱਪੜੇ ਪਾਏ ਸੀ ਉਹ ਵੀ ਮੇਰੇ ਬੇਟੇ ਦੇ ਹੀ ਸਨ। ਉਹਨਾਂ ਬੱਚਿਆਂ ਨੇ ਮੇਰੇ ਹੱਥ ਵਿੱਚੋਂ ਬਰਤਨ ਲਿਆ ਅਤੇ ਉਸ ਵਿਚਲਾ ਖਾਣਾ ਖਾਣ ਲੱਗੇ। ਮੈਂ ਜਦੋਂ ਸੁਖਪਾਲ ਨੂੰ ਦੇਖਿਆ ਤਾਂ ਉਹ ਵੀ ਬਹੁਤ ਕਮਜ਼ੋਰ ਜਿਹੀ ਲੱਗ ਰਹੀ ਸੀ। ਉਹ ਕਹਿਣ ਲੱਗੀ ਕਿ ਵੀਰ ਜੀ ਤੁਸੀਂ ਆਓ ਬੈਠੋ। ਉਸਨੇ ਸਾਨੂੰ ਇੱਕ ਟੁੱਟੇ ਜਿਹੇ ਮੰਜੇ 'ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਆਪ ਵੀ ਬੈਠ ਗਈ। ਵੀਰ ਜੀ, ਅੱਜ ਤੁਸੀਂ ਕਿਵੇਂ ਸਾਡੇ ਘਰ ਦਾ ਰਸਤਾ ਭੁੱਲ ਗਏ? ਮਨਦੀਪ ਤਾਂ ਰੋਜ਼ ਆ ਜਾਂਦੀ ਹੈ ਖੈਰ ਖਬਰ ਪੁੱਛਣ ਲਈ। ਜਦੋਂ ਤੋਂ ਮੇਰੇ ਪਤੀ ਨੂੰ ਕਾਰੋਬਾਰ ਵਿੱਚ ਘਾਟਾ ਪਿਆ ਹੈ, ਭੁੱਖੇ ਰਹਿਣ ਦੀ ਨੌਬਤ ਆ ਗਈ ਹੈ। ਆਪਣਾ ਘਰ ਵੀ ਛੁੱਟ ਗਿਆ। ਹੁਣ ਇਸ ਟੁੱਟੇ ਫੁੱਟੇ ਮਕਾਨ ਵਿੱਚ ਰਹਿ ਰਹੇ ਹਾਂ। ਇੰਨਾ ਜ਼ਿਆਦਾ ਕਰਜ਼ਾ ਹੋ ਗਿਆ ਕਿ ਸਭ ਕੁਝ ਵੇਚਣਾ ਪਿਆ। ਆਪ ਤਾਂ ਭੁੱਖੇ ਪੇਟ ਵੀ ਸੌਂ ਜਾਂਦੇ, ਪਰ ਬੱਚਿਆਂ ਦੀ ਭੁੱਖ ਨਾ ਦੇਖੀ ਜਾਂਦੀ। ਪਰ ਮਨਦੀਪ ਨੇ ਸਾਡੀ ਬਹੁਤ ਮਦਦ ਕੀਤੀ। ਲੋਕਾਂ ਤੋਂ ਛੁਪਾ ਕੇ ਤਾਂ ਸਾਡੀ ਇੱਜ਼ਤ ਬਣੀ ਰਹੇ। ਮੇਰੇ ਹੀ ਬਰਤਨਾਂ ਵਿੱਚ ਮੈਨੂੰ ਖਾਣਾ ਦੇ ਜਾਂਦੀ, ਕੁਝ ਨਾ ਕੁਝ ਲੈਣ ਦੇ ਬਹਾਨੇ ਸਾਡੇ ਘਰ ਆ ਜਾਂਦੀ। ਅਸੀਂ ਤੁਹਾਡੇ ਹਮੇਸ਼ਾ ਅਹਿਸਾਨਮੰਦ ਰਹਾਂਗੇ। ਜੇ ਮਨਦੀਪ ਸਾਡੀ ਮਦਦ ਨਾ ਕਰਦੀ ਤਾਂ ਪਤਾ ਨਹੀਂ ਮੇਰੇ ਬੱਚਿਆਂ ਦਾ ਕੀ ਹੁੰਦਾ। ਅੱਜ ਸਵੇਰੇ ਵੀ ਰਾਸ਼ਨ ਖਤਮ ਸੀ ਤਾਂ ਮਨਦੀਪ ਨੇ ਮੈਨੂੰ ਪੈਸੇ ਦੇ ਕੇ ਗਈ। ਸਾਡੇ ਘਰ ਤਾਂ ਰੁੱਖਾ ਸੁੱਖਾ ਹੀ ਖਾਣਾ ਬਣਦਾ ਹੈ। ਤਾਂ ਮਨਦੀਪ ਜਦੋਂ ਵੀ ਕੁਝ ਚੰਗਾ ਬਣਾਉਂਦੀ ਹੈ ਤਾਂ ਮੇਰੇ ਬੱਚਿਆਂ ਨੂੰ ਜ਼ਰੂਰ ਦਿੰਦੀ ਹੈ। ਮੇਰੇ ਮਨ ਤੋਂ ਹਮੇਸ਼ਾ ਤੁਹਾਡੇ ਲਈ ਦੁਆਵਾਂ ਹੀ ਨਿਕਲਦੀਆਂ ਹਨ। ਸੁਖਪਾਲ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਸ਼ਰਮਿੰਦਗੀ ਨਾਲ ਝੁਕ ਗਿਆ। ਮੈਂ ਤਾਂ ਆਪਣੀ ਪਤਨੀ ਬਾਰੇ ਬਹੁਤ ਗਲਤ ਸੋਚ ਰਿਹਾ ਸੀ। ਉਹ ਘਰ ਆ ਕੇ ਮੈਨੂੰ ਕਹਿਣ ਲੱਗੀ ਕਿ ਮੈਨੂੰ ਉਹਨਾਂ ਦੇ ਬੱਚਿਆਂ 'ਤੇ ਬਹੁਤ ਤਰਸ ਆਉਂਦਾ ਸੀ। ਫਿਰ ਮੈਂ ਸੋਚਿਆ ਕਿ ਆਪਣੇ ਖਰਚੇ ਥੋੜ੍ਹੇ ਘੱਟ ਕਰਕੇ ਕਿਸੇ ਦੂਜੇ ਦੇ ਘਰ ਦਾ ਚੁੱਲ੍ਹਾ ਜਲਾ ਸਕਦੇ ਹਾਂ। ਮੈਨੂੰ ਵੀ ਲੱਗਿਆ ਕਿ ਅਸੀਂ ਆਪਣੀਆਂ ਖੁਸ਼ੀਆਂ ਵਿੱਚ ਇੰਨੇ ਮਗਨ ਹੋ ਜਾਂਦੇ ਹਾਂ ਕਿ ਕਿਸੇ ਦੂਜੇ ਦੇ ਹੰਝੂ ਸਾਨੂੰ ਦਿਖਾਈ ਹੀ ਨਹੀਂ ਦਿੰਦੇ। ਕਿਉਂ ਅਸੀਂ ਕਿਸੇ ਪਰਾਏ ਦੇ ਬੱਚੇ ਦੀ ਭੁੱਖ ਮਹਿਸੂਸ ਨਹੀਂ ਕਰ ਪਾਉਂਦੇ, ਆਪਣਾ ਹੀ ਪੇਟ ਭਰਨ ਵਿੱਚ ਲੱਗੇ ਰਹਿੰਦੇ ਹਾਂ। ਮੈਂ ਮਨਦੀਪ ਨੂੰ ਪੁੱਛਿਆ ਕਿ ਤੂੰ ਇਹ ਸਭ ਛੁਪਾ ਕੇ ਕਿਉਂ ਕਰ ਰਹੀ ਸੀ? ਮੈਨੂੰ ਦੱਸ ਵੀ ਤਾਂ ਸਕਦੀ ਸੀ। ਮਨਦੀਪ ਨੇ ਕਿਹਾ ਮੈਂ ਮੰਮੀ ਕਰਕੇ ਤੁਹਾਨੂੰ ਨਹੀਂ ਦੱਸਿਆ। ਜੇ ਮੈਂ ਦੱਸ ਦਿੰਦੀ ਤਾਂ ਮੰਮੀ ਨੇ ਬਿਲਕੁਲ ਵੀ ਨਹੀਂ ਕਰਨ ਦੇਣਾ ਸੀ। ਤੁਸੀਂ ਮੰਮੀ ਸਾਹਮਣੇ ਜ਼ਰੂਰ ਗੱਲ ਕਰ ਦੇਣੀ ਸੀ, ਇਸ ਲਈ ਮੈਂ ਕਿਸੇ ਨੂੰ ਨਹੀਂ ਦੱਸਿਆ।
ਉਸ ਰਾਤ ਵੀ ਮੈਂ ਬਚਿਆ ਹੋਇਆ ਖਾਣਾ ਹੀ ਛੱਤ 'ਤੇ ਦੇਣ ਗਈ ਸੀ। ਮੈਨੂੰ ਆਪਣੀ ਪਤਨੀ 'ਤੇ ਮਾਣ ਮਹਿਸੂਸ ਹੋ ਰਿਹਾ ਸੀ। ਮੈਂ ਉਸ ਤੋਂ ਮਾफ़ੀ ਮੰਗੀ। ਮੈਂ ਸੁਖਪਾਲ ਦੇ ਪਤੀ ਲਈ ਇੱਕ ਦੁਕਾਨ ਦਾ ਇੰਤਜ਼ਾਮ ਕਰ ਦਿੱਤਾ। ਹੁਣ ਉਹਨਾਂ ਦੇ ਘਰ ਵਿੱਚ ਰੋਜ਼ ਚੁੱਲ੍ਹਾ ਜਲਣ ਲੱਗਿਆ। ਉਹਨਾਂ ਦੀਆਂ ਦੁਆਵਾਂ ਨਾਲ ਮੇਰਾ ਕੰਮ ਵੀ ਬਹੁਤ ਚੰਗਾ ਚੱਲ ਪਿਆ। ਦੋਸਤੋ, ਜ਼ਰੂਰਤਮੰਦ ਦੀ ਮਦਦ ਕਰਿਆ ਕਰੋ। ਬਦਲੇ ਵਿੱਚ ਤੁਹਾਨੂੰ ਢੇਰ ਸਾਰੀਆਂ ਦੁਆਵਾਂ ਮਿਲਦੀਆਂ ਹਨ, ਜੋ ਕਿ ਕਿਸੇ ਵੀ ਖਜ਼ਾਨੇ ਤੋਂ ਘੱਟ ਨਹੀਂ ਹੁੰਦੀਆਂ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।